ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਦੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਉਹ ਵੱਖਰੀ ਗੱਲ ਆ ਅਸੀਂ ਆਪਦੇ ਅਮਲਾਂ ਤੋਂ ਦੂਰ ਹੋਏ ਫਿਰਦੇ ਹਾਂ ਜਿਨ੍ਹਾਂ ਤੇ ਸਾਡੇ ਗੁਰੂ ਨੇ ਸਾਨੂੰ ਲਾਇਆ ਸੀ। ਉਹ ਵੱਖਰੀ ਗੱਲ ਆ ਅਸੀਂ ਉਹਨਾਂ ਸਿਧਾਂਤਾਂ ਤੋਂ ਦੂਰ ਹੋਏ ਫਿਰਦੇ ਹਾਂ ਜਿਨ੍ਹਾਂ ਨੇ ਸਾਨੂੰ ਰਾਜ ਬਖਸ਼ਿਆ ਸੀ। ਤੁਸੀਂ ਇਹ ਵੇਖੋ, ਜਿਹੜੀ ਲੰਗੜੀ ਫੌਜਦਾਰੀ ਲਈ ਇਹ ਪਾਰਟੀਆਂ ਸਾਡੇ ਆਪਦੇ ਹੀ ਇੱਥੋਂ ਦੀਆਂ ਹੀ ਪਾਰਟੀਆਂ, ਆਪਦੇ ਲੋਕ ਵੀ ਦਿੱਲੀ ਦੀਆਂ ਝੋਲੀਆਂ 'ਚ ਜਾ ਕੇ ਬਹਿੰਦੇ ਆ। ਜਦੋਂ 18ਵੀਂ ਸਦੀ 'ਚ ਅਬਦਾਲੀ ਨੇ ਇੱਕ ਵਾਰੀ, ਅਬਦਾਲੀ ਇਤਿਹਾਸ 'ਚ ਸਿਰਫ ਇੱਕ ਵਾਰੀ ਹਾਰਿਆ, ਉਹ ਸਿੰਘਾਂ ਨੇ ਹਰਾਇਆ। ਤੇ ਪੂਰਾ ਵਾਕਿਆ ਕੀ ਸੀ? ਵਾਕਿਆ ਇਹ ਸੀ ਵੀ ਘੱਲੂਘਾਰੇ ਤੋਂ ਬਾਅਦ ਉਸ ਵੇਲੇ ਦੀ ਹਕੂਮਤ ਨੇ ਇਹ ਮਿਥ ਲਿਆ ਵੀ ਇਹਨਾਂ ਦਾ ਖੁਰਾ ਖੋਜ ਮਟਾਤਾ, ਹੁਣ ਨਹੀਂ ਇਹ ਉੱਠਦੇ। ਜਦੋਂ ਹਜ਼ਾਰਾਂ ਦੀ ਗਿਣਤੀ 'ਚ ਸਾਡਾ ਕਤਲੇਆਮ ਹੋਇਆ ਹੋਵੇ, ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਨੂੰ ਸ਼ਹਾਦਤ ਦੇ ਜਾਮ ਪੀਣੇ ਪੈਣ, ਉਦੋਂ ਅਗਲੀ ਜਦੋਂ ਦੀਵਾਲੀ ਆਈ ਤੇ ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਇਤਿਹਾਸਕ ਇਕੱਠ ਹੋਇਆ। ਘੱਲੂਘਾਰੇ ਤੋਂ ਬਾਅਦ ਦੀ ਗੱਲ ਆ, 4 ਮਹੀਨਿਆਂ ਦੇ ਅੰਦਰ ਅੰਦਰ। ਤੇ ਸਾਡੇ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ 60 ਤੋਂ 70 ਜ਼ਖਮ ਸੀ ਘੱਲੂਘਾਰੇ ਦੇ ਵਿੱਚ ਲੜਦੇ ਹੋਏ। ਸਾਰੇ ਸਾਡੇ ਜਰਨੈਲ ਉੱਥੇ ਇਕੱਤਰ ਹੋਏ। ਕਹਿੰਦੇ ਜਿਹੜਾ ਕੋਈ ਬੰਦਾ ਤੁਰ ਸਕਦਾ ਸੀ ਨਾ, ਜਿਹੜੀ ਕੋਈ ਰੂਹ ਤੁਰ ਸਕਦੀ ਸੀ, ਉਹ ਪਹੁੰਚੀ ਉੱਥੇ ਜਾ ਕੇ। ਦਰਬਾਰ ਸਾਹਿਬ ਜਦੋਂ ਪਹੁੰਚੇ, ਉੱਥੇ ਫੇਰ ਫੌਜ ਇਕੱਠੀ ਹੋ ਗਈ, ਸਿੰਘ ਇਕੱਠੇ ਹੋ ਗਏ। ਤੇ ਅਬਦਾਲੀ ਹਜੇ ਵਾਪਸ ਨਹੀਂ ਗਿਆ ਸੀ, ਉਹ ਲਾਹੌਰ ਬੈਠਾ ਸੀ। ਲਾਹੌਰ ਜਦੋਂ ਪਤਾ ਲੱਗਿਆ ਵੀ ਇਹ ਤਾਂ ਫੇਰ ਇਕੱਠੇ ਹੋ ਕੇ ਆ ਗਏ ਆ, ਤਾਂ ਉਹਨੇ ਖਿੱਲਤ ਭੇਜੀ, ਉਹਨੇ ਸਮਝੌਤੇ ਦਾ ਸੁਨੇਹਾ ਭੇਜਿਆ। ਮਾਵੇ ਭੇਜੇ, ਵੱਡੇ ਵੱਡੇ ਥਾਲ। ਤੁਸੀਂ ਵੇਖੋ ਘੱਲੂਘਾਰਾ ਕੌਮ ਹੰਢਾ ਕੇ, ਕਤਲੇਆਮ ਹੰਢਾ ਕੇ ਪਏ, ਹਜੇ 4 ਮਹੀਨੇ ਨੰਗੇ ਹੋਣ ਤੇ ਫੇਰ ਕੌਮ ਇਕੱਠੀ ਹੋ ਕੇ ਦਰਬਾਰ ਸਾਹਿਬ, ਸਾਰੇ ਸਿੰਘ, ਸਾਰੇ ਜਰਨੈਲ ਖੜੇ ਆ। ਜਦੋਂ ਖਿੱਲਤ ਆਈ, ਸਮਝੌਤਾ ਆਇਆ, ਸਿੰਘਾਂ ਨੇ ਉਹਨਾਂ ਮਾਵਿਆਂ 'ਚ ਜਿਨ੍ਹਾਂ 'ਚ ਕਾਜੂ, ਬਦਾਮ, ਮਿਸ਼ਰੀ, ਮੇਵੇ ਭੇਜੇ ਸੀ, ਸਿੰਘਾਂ ਨੇ ਛੋਲਿਆਂ ਦੀ ਮੁੱਠੀ ਭਰੀ ਤੇ ਐ ਵਿੱਚ ਰੱਖਤੀ ਵੀ ਸਾਨੂੰ ਤੁਹਾਡੀਆਂ ਖਿੱਲਤਾਂ ਨਹੀਂ ਚਾਹੀਦੀਆਂ, ਸਾਡਾ ਤਾਂ ਆਹ ਖਾਣਾ। ਅਸੀਂ ਕਿਸੇ ਸਮਝੌਤੇ ਲਈ ਤਿਆਰ ਨਹੀਂ ਤੇ ਲੜਾਈ ਨੂੰ ਅਸੀਂ ਫੇਰ ਤਿਆਰ ਆ। ਅਗਲੇ ਦਿਨ ਕਹਿੰਦੇ ਸੂਰਜ ਗ੍ਰਹਿਣ ਸੀ, ਦਿਨੇ ਹਨੇਰਾ ਹੋ ਗਿਆ ਸੀ। ਇੱਕ ਦਿਨ ਦੀ ਲੜਾਈ ਹੋਈ। ਅਗਲੇ ਦਿਨ ਜਦੋਂ ਸਿੰਘ ਤਿਆਰ ਹੋ ਕੇ ਮੈਦਾਨ 'ਚ ਗਏ, ਅਬਦਾਲੀ ਕਿਤੇ ਨਹੀਂ ਸੀ, ਮੈਦਾਨ ਛੱਡ ਕੇ ਚਲਾ ਗਿਆ ਸੀ। ਇੱਕੋ ਇੱਕ ਇਤਿਹਾਸਕ ਜੰਗ ਜਿੱਥੇ ਅਬਦਾਲੀ ਹਾਰਿਆ, ਤੇ ਹਰਾਇਆ ਕਿਹਨਾਂ ਨੇ? ਹਰਾਇਆ ਉਹਨਾਂ ਜਰਨੈਲਾਂ ਨੇ ਜਿਨ੍ਹਾਂ ਨੇ ਸਮਝੌਤੇ ਨਹੀਂ ਕੀਤੇ। ਸਤਿ ਸ੍ਰੀ ਅਕਾਲ। ਤੇ ਸਾਡੇ ਕੋਲ ਇੱਕ ਜਰਨੈਲ 4 ਦਹਾਕਿਆਂ ਤੋਂ ਜਿਹਨੇ ਉਹ ਕੋਈ ਸਮਝੌਤਾ ਨਹੀਂ ਕੀਤਾ, ਜਿਹਦੇ ਲਈ ਉਹਨੂੰ ਨੀਵੀਂ ਅੱਖ ਕਰਕੇ ਤੁਰਨਾ ਪਵੇ। ਕਦੇ ਕਿਸੇ ਕੁਰਸੀ ਲਈ ਸਮਝੌਤਾ ਨਹੀਂ ਕੀਤਾ, ਕਦੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ। ਨਹੀਂ ਤਾਂ ਚੋਣਾਂ 'ਚ ਤਾਂ ਇੱਕ ਗੱਲ ਬਣਾ ਦਿੱਤੀ ਜਾਂਦੀ ਆ ਨਾ ਵੀ ਯਾਰ ਪੋਲੀਟੀਕਲ ਲੋਕ ਆਪਸ 'ਚ ਸਮਝੌਤੇ ਕਰ ਲੈਂਦੇ ਆ, ਕੋਈ ਗੱਲ ਨਹੀਂ। ਪਰ ਅੱਜ ਤੱਕ ਸਿਧਾਂਤਾਂ ਤੋਂ, ਅਸੂਲਾਂ ਤੋਂ ਪਿੱਛੇ ਨਹੀਂ ਹਟਿਆ। ਅੱਜ ਤੱਕ ਸਾਡੀ ਪਛਾਣ ਤੇ ਵੀ ਪਹਿਰਾ ਦਿੰਦਾ, ਸਾਡੇ ਸਿਧਾਂਤਾਂ ਤੇ ਵੀ ਪਹਿਰਾ ਦਿੰਦਾ। ਪਰ ਜੇ ਕਿਤੇ ਪਿੱਠ ਦਿਖਾਈ ਆ ਤਾਂ ਕੌਮ ਨੇ ਵਿਖਾਈ ਆ, ਜਰਨੈਲ ਨੇ ਨਹੀਂ ਪਿੱਠ ਦਿਖਾਈ। ਸੋ ਇਸ ਜਰਨੈਲ ਨੂੰ, ਇਹ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਅਸੀਂ ਚਲੋ ਆ ਚੋਣਾਂ ਕਿਸਾਨੀ ਸੰਘਰਸ਼ ਦੇ ਵਿੱਚ ਦੀ ਲੰਘ ਕੇ ਪਹੁੰਚੀਆਂ ਤੇ ਅਸੀਂ ਮਾੜੇ ਮੋਟੇ ਜਾਗ ਗਏ ਆ। ਜਬੇ ਬਾਣ ਲੱਗਿਓ ਤਵੇ ਰੋਸ ਜਾਗਿਓ। ਗੁਰੂ ਸਾਹਿਬ ਨੇ ਇਹ ਜੇ ਵਚਨ ਕੀਤੇ ਸੀ, ਉਹ ਗੱਲ ਵੀ ਪੱਕੀ ਸੀ।
ਇਹ ਤੋਂ ਪਹਿਲਾਂ ਸਿਚੁਏਸ਼ਨ ਬੜੀ ਨਾਰਮਲ ਸੀ, ਜ਼ਿੰਦਗੀ ਬੜੀ ਨਾਰਮਲ ਸੀ। ਆਪਾਂ ਆਪਦੇ ਕੰਮਾਂ 'ਚ ਆਪਦੀਆਂ ਰਿਸ਼ਤੇਦਾਰੀਆਂ, ਆਪਦੇ ਦੋਸਤ ਮਿੱਤਰ, ਉਹ ਰਿਸ਼ਤੇ ਨਿਭਾਈ ਜਾਂਦੇ ਸੀ। ਉਸੇ ਤਰ੍ਹਾਂ ਮੇਰਾ ਵੀ ਰਿਸ਼ਤਾ ਸਨੀ ਦਿਓਲ ਬਾਈ ਨਾਲ, ਧਰਮਿੰਦਰ ਫੈਮਿਲੀ ਨਾਲ, ਉਹਨਾਂ ਦਾ ਰਿਸ਼ਤਾ ਗਾਂ ਬੀਜੇਪੀ ਨਾਲ। ਸੋ ਮੈਂ ਵੀ ਮੋਦੀ ਤੋਂ ਲੈ ਕੇ ਨਿਤਨ ਗਡਕਰੀ, ਪਿਊਸ਼ ਗੋਇਲ, ਅਮਿਤ ਸ਼ਾਹ ਸਭ ਨੂੰ ਜਾਣਦਾ, ਕਦੇ ਮੁੱਕਰੇ ਹੀ ਨਹੀਂ ਆਪਾਂ ਇਹਨਾਂ ਗੱਲਾਂ ਤੋਂ। ਪਰ ਜਦੋਂ ਭੀੜ ਪਈ, ਜਬੇ ਬਾਣ ਲੱਗ ਗਏ, ਤਵੇ ਰੋਸ ਜਾ ਕੇ ਉਹਦੇ ਬਚਨ, ਫਿਰ ਉਹੀ ਗੱਲ ਆ ਨਾ, ਰੋਸ ਕਿਹੜਾ ਇਤਿਹਾਸ ਦਾ ਉਹ ਪੜਾ ਜਿਹੜਾ ਤੁਹਾਡੇ ਅੰਦਰ ਜ਼ਮੀਰ ਜਗਾ ਜਾਂਦਾ, ਰੋਸ ਜਗਾ ਜਾਂਦਾ। ਕਿਉਂਕਿ ਸਿਚੁਏਸ਼ਨ ਹਮੇਸ਼ਾ ਨਾਰਮਲ ਨਹੀਂ ਰਹਿੰਦੀ ਹੁੰਦੀ। ਕਈ ਵਾਰੀ ਇਤਿਹਾਸ ਦੇ ਉਹ ਪੜਾਅ ਚੋਂ ਸਮਾਂ ਲੰਘ ਰਿਹਾ ਹੁੰਦਾ ਜਿੱਥੇ ਸਾਲਾਂ ਬੱਧੀ ਇਤਿਹਾਸ ਉੱਥੇ ਹੀ ਖੜਾ, ਹਿਲਦਾ ਹੀ ਨਹੀਂ। ਤੇ ਕਈ ਵਾਰੀ ਸਾਲਾਂ ਬੱਧੀ ਦਾ ਸਫ਼ਰ ਇਤਿਹਾਸ ਦਹਾਕਿਆਂ ਦਾ ਸਫ਼ਰ ਸਾਲ 'ਚ ਕਰ ਜਾਂਦਾ। ਕਿਸਾਨੀ ਸੰਘਰਸ਼ 'ਚ ਦਹਾਕਿਆਂ ਦਾ ਸਫ਼ਰ ਸਾਲ 'ਚ ਕੀਤਾ ਗਿਆ। ਇੱਕ ਸਾਲ 'ਚ ਇਤਿਹਾਸ ਤੋਂ ਵੀ ਜਾਣੂ ਹੋ ਗਏ, ਸਿਧਾਂਤਾਂ ਤੋਂ ਵੀ ਜਾਣੂ ਹੋ ਗਏ, ਆਪਦੀ ਪਛਾਣ ਤੋਂ ਵੀ ਜਾਣੂ ਹੋ ਗਏ ਤੇ ਆਪਦੀ ਹੋਂਦ ਦੀ ਲੜਾਈ ਲੜਨ ਖਾਤਰ ਖੜੇ ਹੋ ਗਏ ਆਪਾਂ। ਠੀਕ ਆ, ਸਾਡੇ ਜਰਨੈਲ ਨੇ ਸਾਡਾ ਸਾਥ ਨਹੀਂ ਛੱਡਿਆ, ਸਾਡੇ ਜਰਨੈਲ ਨੇ ਸਾਡੀ ਪਛਾਣ ਨਹੀਂ ਛੱਡੀ, ਸਾਡੇ ਜਰਨੈਲ ਨੇ ਕੋਈ ਉਹ ਸਮਝੌਤੇ ਨਹੀਂ ਕੀਤੇ ਜਿੱਥੇ ਕੌਮ ਨੂੰ ਵੀ ਨੀਵੀਂ ਅੱਖ ਕਰਕੇ ਇਹ ਗੱਲ ਮੰਨਣੀ ਪਵੇ ਵੀ ਹਾਂ ਥਿੜਕ ਗਏ ਸੀ। ਕਦੇ ਨਹੀਂ ਥਿੜਕੇ ਆ ਤਾਂ ਆਪਾਂ ਜ਼ਮੀਰਾਂ ਜੇ ਅੱਜ ਜਾਗਦੀਆਂ ਨਾ, ਤੇ ਸਾਡੇ ਕੋਲੇ ਇਹੋ ਜਿਹੇ ਜਰਨੈਲ ਹੈਗੇ ਆ ਜਿਨ੍ਹਾਂ ਨੇ ਅੱਜ ਤੱਕ, ਅਸੀਂ ਹੁਣੇ ਗੱਲਾਂ ਕਰਦੇ ਆਉਂਦੇ ਸੀ, ਮੇਰੇ ਨਾਲ ਦੋ ਹੁਣੇ ਅੱਜ ਹੀ ਮਿਲੇ ਆ ਮੁੰਡੇ, ਬੜੇ ਬੀਬੇ ਆ, ਮਾਨ ਸਾਹਿਬ ਦੀ ਟੀਮ ਦੇ ਆ, ਤੇ ਕਾਲਜ 'ਚ ਪੜ੍ਹਦੇ ਆ ਤੇ ਨਾਲ ਜੁੜ ਗਏ ਆ ਕੇ। ਉਹਨਾਂ ਨੇ ਵੀ ਇਹੀ ਗੱਲ ਕੀਤੀ, ਕਹਿੰਦੇ ਵੀ ਆਪਾਂ ਜਦੋਂ ਆਪਦਾ ਰਾਜ ਮੰਗਦੇ ਆ, ਹੁਣ ਪਾਤਸ਼ਾਹੀ ਦਾਵਾ ਤਾਂ 10ਵੇਂ ਪਾਤਸ਼ਾਹ ਦਾ ਦਿੱਤਾ ਨਾ ਸਾਨੂੰ, ਜਾਂ ਤਾਂ ਸਾਡਾ ਗੁਰੂ ਗਲਤ ਸੀ ਜਿਹੜਾ ਸਾਨੂੰ ਪਾਤਸ਼ਾਹੀ ਦਾਵਾ ਦੇ ਗਿਆ। ਜਦੋਂ ਆਪਦਾ ਅਸੀਂ ਰਾਜ ਮੰਗਦੇ ਆ ਜਾਂ ਆਪਦੇ ਰਾਜ ਦੀ ਗੱਲ ਕਰਦੇ ਆ, ਇਸ ਆਈਡੀਏ ਨੂੰ ਕ੍ਰਿਮੀਨਲਾਈਜ਼ ਕਰਤਾ ਸਾਡੇ ਮਨਾਂ 'ਚ, ਉਹਨੂੰ ਐਂ ਬਣਾਤਾ ਵੀ ਇਹ ਜੇ ਗੱਲ ਕਰੋਗੇ ਨਾ ਇਹ ਤਾਂ ਗੈਰ ਕਾਨੂੰਨੀ ਗੱਲ ਆ। ਫਿਰ ਪਾਤਸ਼ਾਹੀ ਦਾਵਾ ਜੇ ਗੁਰੂ ਦੇ ਗਿਆ, ਜੇ ਗੱਲ ਇਹ ਗੈਰ ਕਾਨੂੰਨੀ ਆ, ਫਿਰ ਤਾਂ ਸਾਡਾ ਗੁਰੂ ਗਲਤ ਸੀ। ਫਿਰ ਅੱਜ ਦੀ ਜਿਹੜੀ ਵੈਸਟ ਦੀ ਸੁਸਾਇਟੀ, ਵੈਸਟ ਦੀ ਡੈਮੋਕ੍ਰੇਸੀ, ਇਹ ਜਿਹੜੀ ਜਮਹੂਰੀਅਤ ਕਿੱਥੋਂ ਆਈ ਆ? ਇਹ ਵੈਸਟ ਤੋਂ ਆਈ ਆ। ਉਹ ਅੰਗਰੇਜ਼ੀ 'ਚ ਇੱਕ ਗੱਲ ਕਹਿੰਦੇ ਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਜਿਹੜਾ ਆਪਦਾ ਰਾਜ ਕੋਈ ਕੌਮ ਜੇ ਮੰਗੇ, ਉਹ ਤਾਂ ਮਾਣ ਵਾਲੀ ਗੱਲ ਹੁੰਦੀ ਆ, ਉਹ ਅੱਖ ਨੀਵੀਂ ਪਾਉਣ ਵਾਲੀ ਗੱਲ ਨਹੀਂ। ਇਹ ਤਾਂ ਬੜਾ ਪਾਕ ਤੇ ਪਵਿੱਤਰ ਜਜ਼ਬਾ। ਤੇ ਜੇ ਅਸੀਂ ਕਹਿੰਦੇ ਆ ਸਾਡਾ ਰਾਜ ਸੀ, ਸਾਡੀ ਕੌਮੀਅਤ ਆ, ਇਹ ਤਾਂ ਬਹੁਤ ਪਵਿੱਤਰ ਤੇ ਪਾਕ ਗੱਲ ਆ। ਇਹਦੇ ਲਈ ਤਾਂ ਸਾਨੂੰ ਮਾਣ ਹੋਣਾ ਚਾਹੀਦਾ। ਕੌਮ ਆਪਦੇ ਅੰਦਰ ਆਪਦੀ ਕੌਮੀਅਤ ਹਜੇ ਤੱਕ ਸਾਂਭੀ ਬੈਠੀ ਆ। 150 ਸਾਲ ਦੀ ਗੁਲਾਮੀ ਸਿਰਾਂ ਤੇ ਆ, ਪਰ ਕੌਮੀਅਤ ਅਸੀਂ ਸਾਂਭੀ ਬੈਠੇ ਆ। ਸਾਂਭੀ ਕਿਹਨੇ ਆ? ਕੋਈ ਇੱਕ ਜਰਨੈਲ ਮੈਨੂੰ ਦਿਖਾ ਦਿਓ, ਕਿਸੇ ਹੋਰ ਜਰਨੈਲ ਨੇ ਪੰਜਾਬ 'ਚ ਕੋਈ ਲੀਡਰ ਦਿਖਾ ਦਿਓ, ਕੋਈ ਹੱਥ ਖੜਾ ਕਰਕੇ ਕੋਈ ਨਾਂ ਲੈ ਦਿਓ। ਮੈਨੂੰ ਤਾਂ ਨਹੀਂ ਦਿਖਦਾ ਐਕਸੈਪਟ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ। ਸਤਿ ਸ੍ਰੀ ਅਕਾਲ। ਸੋ ਜੇ ਹੁਣ ਸਾਡੇ ਜਰਨੈਲ ਨੂੰ ਸਾਡਾ ਵਾਅਦਾ ਇਹ ਹੋਣਾ ਚਾਹੀਦਾ ਵੀ ਮਾਨ ਸਾਹਿਬ ਤੁਸੀਂ ਬੇਫਿਕਰ ਹੋ ਕੇ ਕੋਈ ਹੋਰ ਕੰਮ ਕਰੋ, ਅਗਲੀ ਰਣਨੀਤੀ ਘੜੋ, ਅਗਲੀ ਕੌਮ ਦੀ ਸਟ੍ਰੈਟਜੀ ਬਣਾਓ। ਆ ਚੋਣ ਤਾਂ ਤੁਹਾਡੇ ਸਾਡੇ ਤੋਂ ਲਿਖ ਕੇ ਲੈ ਲਓ, ਬਸ ਖਤਮ ਆ ਕੰਮ। ਸਾਡਾ ਇੱਕ ਜਰਨੈਲ ਤਾਂ ਹੋਵੇ ਅਸੈਂਬਲੀ 'ਚ ਸਾਡੀ ਕੌਮੀਅਤ ਦੀ ਗੱਲ ਕਰੇ ਜਾ ਕੇ। ਜੇ ਇੱਕ ਵੀ ਨਹੀਂ ਯਾਰ, ਫਿਰ ਫਿਰ ਕੀ ਕਰਾਂਗੇ? ਫਿਰ ਸਾਡੇ ਪੱਲੇ ਕੀ ਆ? ਫਿਰ ਕਿਹੜੀ ਕੌਮੀਅਤ ਤੇ ਕਿਹੜੀ ਹੋਂਦ? ਸਾਨੂੰ ਤਾਂ ਇਹ ਡਰਾਉਂਦੇ ਆ। ਮੈਂ ਇੱਕ ਗੱਲ ਤੁਹਾਨੂੰ ਇਮੈਜਿਨ ਕਰਿਓ, ਇਹਨੂੰ ਆਪਦੇ ਜ਼ਿਹਨ 'ਚ ਇੱਕ ਵਾਰੀ ਉਸ ਤਸਵੀਰ ਨੂੰ ਇਮੈਜਿਨ ਕਰਿਓ। ਇੱਥੇ ਮੋਦੀ ਖੜਾ, ਇੱਥੇ ਕੇਜਰੀਵਾਲ ਖੜਾ, ਇੱਥੇ ਭਗਵੰਤ ਮਾਨ ਖੜਾ, ਇੱਥੇ ਬਾਦਲ ਖੜਾ,
ਤੇ ਇੱਥੇ ਮਾਨ ਸਾਹਿਬ ਖੜੇ ਆ, ਕਿਸੇ ਦੇ ਹੱਥ 'ਚ ਝਾੜੂ ਆ, ਕੋਈ ਆਪਦਾ ਪੰਜਾ ਲਈ ਫਿਰਦਾ, ਕੋਈ ਆਪਦਾ ਹੋਰ ਕੋਈ ਤੱਕੜੀ ਤੁੱਕੜੀ ਚੱਕੀ ਫਿਰਦੇ ਆ। ਇੱਕ ਕਹਿੰਦਾ ਸ਼ਾਸਤਰ ਕੇ ਅਧੀਨ ਹੈ ਰਾਜ। ਸਤਿ ਸ੍ਰੀ ਅਕਾਲ। ਤੇ ਤੁਸੀਂ ਇਹ ਦੱਸੋ ਵੀ ਇਹਨੂੰ ਛੱਡ ਦਾਂਗੇ? ਮੰਨਦਾ ਦਿਲ ਤੁਹਾਡਾ? ਜੇ ਤੁਹਾਡਾ ਦਿਲ ਮੰਨਦਾ ਤਾਂ ਫਿਰ ਭਾਈ ਇੱਕ ਵਾਰੀ ਇਸ ਗੱਲ ਲਈ ਵੀ ਹੱਥ ਖੜੇ ਕਰ ਦਿਓ। ਸਤਿ ਸ੍ਰੀ ਅਕਾਲ। ਇਹਨੂੰ ਨਹੀਂ ਛੱਡ ਸਕਦੇ। ਉਹ ਕਿਹੜਾ ਬੂਟਾ ਹੈ? ਉਹ ਸਿੱਖੀ ਦਾ ਬੂਟਾ ਹੈ। ਕੀ ਹੋਇਆ ਜੇਕਰ ਅੱਜ ਸ਼ਾਖਾਂ ਇਸ ਦੀਆਂ ਕੋਈ ਪੂਰਬ ਚਲੀ ਗਈ, ਕੋਈ ਪੱਛਮ ਚਲੀ ਗਈ, ਪਰ ਮੁੱਢ ਤਾਂ ਸਾਂਝਾ ਹੈ ਤੇ ਖੂਨ ਵੀ ਇੱਕੋ ਹੀ ਹੈ। ਉਹ ਕਿਹੜਾ ਬੂਟਾ ਹੈ? ਉਹ ਸਿੱਖੀ ਦਾ ਬੂਟਾ ਹੈ। ਜੇ ਸਾਡੇ ਗੁਰੂ ਨੇ ਸਾਨੂੰ ਪਛਾਣ ਦਿੱਤੀ ਆ, ਉਹ ਪਛਾਣ ਤੋਂ ਨਹੀਂ ਮੁਨਕਰ ਹੋ ਸਕਦੇ। ਹੋ ਸਕਦਾ ਵਕਤੀ ਤੌਰ ਤੇ ਅਸੀਂ ਦੂਰ ਹੋਏ ਫਿਰਦੇ ਆ, ਵਕਤੀ ਤੌਰ ਤੇ ਦੂਰ ਤਾਂ ਹੋਏ ਫਿਰਦੇ ਆ। ਇਹਨਾਂ ਹਕੂਮਤਾਂ ਨੇ ਸਾਨੂੰ ਦੂਰ ਕੀਤਾ, ਸਾਡਾ ਕੋਈ ਗਲਤੀ ਨਹੀਂ ਸੀ। 150 ਸਾਲ ਦੀ ਗੁਲਾਮੀ ਹੰਢਾਈ ਆ ਕੌਮ ਨੇ। 150 ਸਾਲ ਦੀ ਗੁਲਾਮੀ 'ਚ ਵੀ ਆਪਦੀਆਂ ਤੁਸੀਂ ਥਾਪੀਆਂ ਦਿਓ ਆਪਦੇ ਆਪ ਨੂੰ, ਤੁਸੀਂ ਆਪਦੀ ਕੌਮੀਅਤ ਨੂੰ ਸਾਂਭੀ ਬੈਠੇ ਹੋ। ਤੁਹਾਡੇ ਅੰਦਰ ਉਹ ਦਰਦ ਹੈਗਾ ਹਜੇ, ਜਿੱਥੇ ਤੁਸੀਂ ਕਹਿੰਦੇ ਹੋ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਜ਼ ਅ ਰਾਈਟ। ਸਾਡੀ ਕੌਮੀਅਤ ਸਾਡਾ ਹੱਕ ਆ। ਅਸੀਂ ਕਿਸੇ ਨੂੰ ਕਦੇ ਮੰਦਾ, ਕਿਸੇ ਦਾ ਨਰਾਦਰ ਨਹੀਂ ਕਰਦੇ, ਕਿਸੇ ਨੂੰ ਮੰਦਾ ਨਹੀਂ ਬੋਲਦੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਪਰ ਅਸੀਂ ਆਪਦਾ ਤਾਂ ਨਹੀਂ ਛੱਡ ਸਕਦੇ, ਆਪਦੀ ਹੋਂਦ ਦੀ ਲੜਾਈ ਤੋਂ ਤਾਂ ਨਹੀਂ ਮੁਨਕਰ ਹੋ ਸਕਦੇ। ਸੋ ਜਿਹੜੇ ਅੱਜ ਤੁਹਾਡੇ ਹੱਥਾਂ 'ਚ ਝਾੜੂ ਫੜਾਉਣਗੇ, ਉਹ ਝਾੜੂ ਤਾਂ ਫੜਾਉਣਗੇ ਕਿਉਂਕਿ ਕੱਲ ਨੂੰ ਤੁਹਾਡੇ ਹੱਕ ਖਾਉਣਗੇ ਤੇ ਤੁਸੀਂ ਮੁੜ ਕੇ ਆਪਦੀ ਸਵੈ ਰੱਖਿਆ ਕਰਨ ਜੋਗੇ ਵੀ ਨਹੀਂ ਰਹਿਣਾ। ਐਵੇਂ ਹੀ ਗੁਰੂ ਨੇ ਥੋੜੀ ਕਿਹਾ ਸੀ ਤੁਹਾਡੀ ਸਰੀਰ ਦਾ ਅੰਗ ਆ ਇਹ। ਦੇਖੋ ਜਿੰਨੇ ਜੰਗ ਦੇ ਮੈਦਾਨ 'ਚ ਅਸੀਂ ਤਕੜੇ ਆ, ਉਨੇ ਹੀ ਅਸੀਂ ਟੇਬਲ ਤੇ ਤਕੜੇ ਆ। ਜੇ ਅਸੀਂ ਜੰਗ ਦੇ ਮੈਦਾਨ 'ਚ ਤਕੜੇ ਨਹੀਂ ਨਾ, ਸਾਨੂੰ ਟੇਬਲ ਤੇ ਕਿਸੇ ਨੇ ਨਹੀਂ ਪਾਉਣਾ। ਸਾਡੇ ਨਾਲ ਬੈਠਣਗੇ ਤਾਂ ਹੀ, ਕਿਉਂਕਿ ਸਾਡਾ ਦਬਦਬਾ ਚੱਲਦਾ ਹੋਵੇ। ਤੇ ਇਹ ਤੋਂ ਬਿਨਾਂ ਦਬਦਬਾ ਨਹੀਂ ਬਣਦਾ। ਝਾੜੂ ਚੱਕੀ ਫਿਰੋ, ਛਿੱਤਰ ਖਾਣੇ ਆ ਤਾਂ ਚੱਕੀ ਫਿਰੋ। ਸੋ ਦਬਦਬਾ ਤਾਂ ਉਹਨਾਂ ਸਿਧਾਂਤਾਂ ਤੇ ਖੜ ਕੇ ਹੀ ਆਊਗਾ। ਫਿਰ ਸਾਡੇ ਹੱਥਾਂ 'ਚ ਫੜਾਉਣਗੇ ਝਾੜੂ, ਸਾਡੇ ਤੇ ਪਾਉਣਗੇ UAPA, ਸਾਡੇ ਮੁੰਡਿਆਂ ਨੂੰ ਚੱਕ ਕੇ ਸਿੱਟਣਗੇ ਜੇਲ੍ਹਾਂ 'ਚ, ਸਾਡੇ ਬਣਾਉਣਗੇ ਝੂਠੇ ਮੁਕਾਬਲੇ। ਔਰ ਸਾਡਾ ਗੁਨਾਹ ਕੀ ਆ? ਕੁਛ ਵੀ ਨਹੀਂ। ਸਾਡਾ ਗੁਨਾਹ ਇਹ ਆ, ਅਸੀਂ ਕਹਿੰਦੇ ਆ ਸਾਡੀ ਇੱਕ ਆਪਦੀ ਕੌਮੀਅਤ ਤੇ ਸਾਡੀ ਉਹ ਕੌਮ ਸਾਡੇ ਅੰਦਰ ਵਸਦੀ ਆ। ਸਾਡੇ ਗੁਰੂਆਂ ਤੋਂ ਉੱਤੇ ਪਹਿਲਾਂ ਸਾਨੂੰ ਸਾਡਾ ਗੁਰੂ ਆ, ਫਿਰ ਕੋਈ ਦੇਸ਼ ਆਉਂਦਾ, ਫਿਰ ਕੋਈ ਸੰਵਿਧਾਨ ਆਉਂਦਾ, ਤੇ ਗੁਰੂ ਤੇ ਕੋਈ ਸਵਾਲ ਨਹੀਂ। ਸੋ ਇਸ ਕਰਕੇ ਸਾਡਾ ਹਿੰਦੂ ਉਹ ਵੀ ਅਣਖੀ ਆ, ਸਾਡਾ ਮੁਸਲਮਾਨ ਵੀ ਅਣਖੀ ਆ, ਤੇ ਸਾਡਾ ਸਿੱਖ ਵੀ ਅਣਖੀ ਆ। ਸਾਡੇ ਇੱਥੇ ਪਹਿਲੇ ਜਾਮੇ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਜਾਮਿਆਂ ਤੱਕ ਜੋ ਇਨਕਲਾਬ ਆਇਆ ਨਾ, ਉਹ ਇਸ ਹਿੰਦੁਸਤਾਨ ਦੀ ਧਰਤੀ ਤੇ ਕਿਤੇ ਨਹੀਂ ਆਇਆ। ਇਨਕਲਾਬ ਜਿਹੜਾ ਆਇਆ, ਉਹਦਾ ਆਇਆ ਹੀ ਇਸ ਧਰਤੀ ਤੇ ਆ। ਤਾਂ ਹੀ ਤਾਂ ਇਸ ਧਰਤੀ ਨੂੰ ਗੁਰੂਆਂ ਦੀ ਪੀਰਾਂ ਦੀ ਧਰਤੀ ਕਹਿੰਦੇ ਆ। ਜੇ ਅੱਜ ਅਸੀਂ ਇਸ ਧਰਤੀ ਤੇ ਆਦਾ ਦਾਵਾ ਰੱਖਦੇ ਆ ਨਾ, ਦਾਵਾ ਤਾਂ ਰੱਖਿਆ ਜਾਂਦਾ ਹੁੰਦਾ ਜੇ ਤੁਹਾਡਾ ਕੋਈ ਸੰਘਰਸ਼ ਪਿੱਛੇ ਪਿਆ ਹੋਵੇ। ਦਾਵਾ ਤਾਂ ਰੱਖਿਆ ਜਾਂਦਾ ਹੁੰਦਾ ਜੇ ਤੁਹਾਡੀ ਕੋਈ ਪਿੱਛੇ ਸ਼ਹਾਦਤਾਂ ਪਈਆਂ ਹੋਣ, ਤੁਸੀਂ ਖੂਨ ਡੋਲਿਆ ਹੋਵੇ। ਅੱਜ ਕੋਈ ਗੁਜਰਾਤੀ ਆ ਕੇ ਕਹਿ ਦੂਗਾ ਵੀ ਮੈਂ ਪੰਜਾਬ ਦੀ ਧਰਤੀ ਤੇ ਦਾਵਾ ਰੱਖਦਾ, ਫਿਰ ਕਿਵੇਂ ਗੁਜਰਾਤੀ ਕਹਿ ਦੇਣਗੇ ਅਸੀਂ ਇੱਥੇ BJP ਦੀ ਸਰਕਾਰ ਬਣਾਵਾਂਗੇ? ਨਹੀਂ, ਇੱਥੇ ਸਾਡਾ ਦਾਵਾ, ਅਸੀਂ ਸੰਘਰਸ਼ ਕੀਤੇ ਆ, ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤੇ ਆ। ਇੱਥੇ ਫਿਰ ਕਿਵੇਂ ਕੋਈ ਕੇਜਰੀਵਾਲ ਵਰਗਾ ਆ ਕੇ ਕਹਿ ਦੂਗਾ ਅਸੀਂ ਸਰਕਾਰ ਬਣਾਵਾਂਗੇ? ਫਿਰ ਤਾਂ ਡੁੱਬ ਕੇ ਮਰ ਜਗੇ ਯਾਰ ਅਸੀਂ। ਫਿਰ ਤੁਹਾਡੇ ਬਜ਼ੁਰਗਾਂ ਦੀਆਂ ਕਮਾਈਆਂ ਕੀਤੀਆਂ, ਪੁਰਖਿਆਂ ਦੀਆਂ ਕਮਾਈਆਂ ਕੀਤੀਆਂ ਕਿੱਧਰ ਗਈਆਂ? ਉਹ ਬੋਲਦੀਆਂ ਨਹੀਂ ਸਾਡੇ ਖੂਨ ਚੋਂ। ਸੋ ਆਪਦਾ ਦਾਵਾ ਹੀ ਛੱਡ ਜੀਏ ਇਸ ਧਰਤੀ ਤੇ, ਇਹ ਕਿਵੇਂ ਹੋ ਸਕਦਾ? ਫਿਰ ਤਾਂ ਸੰਘਰਸ਼ ਚੋਂ ਲੰਘਣਾ ਪੈਣਾ।
ਇੱਕ ਗੱਲ ਦੇਖੋ, ਜਦੋਂ ਤੱਕ ਆਪਾਂ ਇੱਕ ਐਗਜ਼ਾਮਪਲ ਸਮਝਦੇ ਆ ਇਸ ਗੱਲ ਨੂੰ, ਖਹਿਰਾ ਸਾਹਿਬ ਖੜੇ ਹੋਏ ਖੁਦ ਮੁਖਤਿਆਰੀ ਦੀ ਗੱਲ ਕਰਨ ਲੱਗੇ, ਸਾਲ ਕੁ ਚੱਲੇ, 2 ਸਾਲ ਚੱਲੇ ਹੋਣੇ ਆ, ਉਦੋਂ ਬਾਅਦ ਅੱਜ ਕਾਂਗਰਸ 'ਚ ਜਾ ਕੇ ਰਲ ਗਏ। ਕਿਉਂ? ਉਹਨਾਂ ਨੂੰ ਦਿਖਿਆ ਵੀ ਯਾਰ ਜੇ ਮੈਂ ਇਸ ਗੱਲ ਤੇ ਖੜਾ ਰਹੂੰਗਾ ਤਾਂ ਮੈਨੂੰ ਜੇਲ੍ਹਾਂ 'ਚੋਂ ਲੰਘਣਾ ਪੈਣਾ। UAPA ਦੇ ਕੇਸ ਪੈਂਦੇ ਸੀ, ਖਹਿਰਾ ਸਾਹਿਬ ਖੜੇ ਹੁੰਦੇ ਸੀ, 2 ਸਾਲ ਹੀ ਚੱਲ ਸਕੇ, 2 ਸਾਲ ਜੇਲ੍ਹ ਤੋਂ ਤਾਂ ਫਿਰ ਵੀ ਨਹੀਂ ਬਚੇ। ਤੇ ਸਾਡਾ ਜਰਨੈਲ 40 ਸਾਲ ਸਾਡੇ ਨਾਲ ਤੁਰਿਆ ਫਿਰਦਾ, ਇਹਦਾ 2 ਸਾਲਾਂ 'ਚ ਜਾ ਕੇ ਕਿਸੇ ਹੋਰ ਖੇਮੇ 'ਚ ਨਹੀਂ ਗਿਆ। ਇਹਦਾ ਆਪਦੀ ਕੌਮੀਅਤ ਨੂੰ ਵੀ ਸਾਂਭੀ ਬੈਠਾ, ਆਪਦੀ ਪਛਾਣ ਨੂੰ ਵੀ ਸਾਂਭੀ ਬੈਠਾ। ਕੌਮ ਪਛਾਣ ਦੀ ਲੜਾਈ ਲੜ ਰਹੀ ਹੋਵੇ ਤੇ ਅਸੀਂ ਆਪਦੇ ਜਰਨੈਲ ਨੂੰ ਪੁੱਛੀਏ ਵੀ ਤੈਨੂੰ ਜਦੋਂ ਮੌਕਾ ਮਿਲਿਆ ਸੀ ਤੂੰ ਆਪਦੀ ਪਛਾਣ ਨੂੰ ਛੱਡ ਕੇ ਕਿਉਂ ਨਹੀਂ ਵੜਿਆ? ਜੇ ਪਛਾਣ ਨੂੰ ਹੀ ਛੱਡਦਾ ਫਿਰ ਰਹਿ ਕੀ ਗਿਆ ਪੱਲੇ ਸਾਡੇ? ਲੜਾਈ ਤਾਂ ਪਛਾਣ ਦੀ ਆ, ਲੜਾਈ ਤਾਂ ਹੋਂਦ ਦੀ ਆ। ਤੇ ਉਹ ਜਰਨੈਲ ਜਿੱਦੇ ਉੱਥੇ ਜਾ ਕੇ ਸ਼ਹੇਰ ਵਾਂਗੂ ਦਹਾੜਿਆ, ਉਹ YouTube ਤੇ ਪਈ ਆ ਮਾਨ ਸਾਹਿਬ ਦੀ ਪਹਿਲੀ ਸਪੀਚ, ਸੁਣਨਯੋਗ ਆ, ਪਾਰਲੀਮੈਂਟ 'ਚ ਪਹਿਲੀ ਸਪੀਚ। ਜੋ ਕੌਮ ਦਾ ਦਰਦ ਉੱਥੇ ਜਿੰਨਾ ਸ਼ਬਦਾਂ 'ਚ ਬਿਆਨ ਕੀਤਾ, ਜੋ ਸਾਡੀ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਆ, ਅੱਜ ਤੱਕ ਕੋਈ ਨਹੀਂ ਕਰ ਸਕਿਆ। ਅਸੀਂ ਆਪਦੇ ਜਰਨੈਲ ਨੂੰ ਨਹੀਂ ਪਛਾਣਿਆ, ਅਸੀਂ ਦੁਸ਼ਮਣ ਨੂੰ ਵੀ ਨਹੀਂ ਪਛਾਣਿਆ। ਫਿਰ ਜਿਹੜੇ ਕਾਫੀ ਸਿਆਣੇ ਬੰਦੇ ਉਹ ਇਹ ਕਹਿੰਦੇ ਆ ਵੀ ਯਾਰ ਇੱਕ ਬੰਦਾ ਕੀ ਕਰ ਲੂ, ਇੱਕ ਆਵਾਜ਼ ਤਾਂ ਗੂੰਜੇ ਫਿਰ ਕਿਲਾ ਵੀ ਸਰ ਕਰ ਲਾਂਗੇ, ਇੱਕ ਤਾਂ ਗੂੰਜੇ। ਅਸੀਂ ਤਾਂ ਇੱਕ ਨੂੰ ਵੀ ਨਿਰਾਸ਼ ਕੀਤਾ, ਦਹਾਕਿਆਂ ਬੱਧੀ ਨਿਰਾਸ਼ ਕੀਤਾ, ਪਰ ਉਹ ਸਾਡੇ ਤੋਂ ਨਿਰਾਸ਼ ਨਹੀਂ ਹੋਇਆ, ਉਹ ਅੱਜ ਵੀ ਸਾਡੇ 'ਚ ਬੈਠਾ। ਸੋ ਆਪਣੀਆਂ ਜ਼ਮੀਰਾਂ ਨੂੰ ਜਗਾਓ, ਦਿਓ ਹਲੂਣਾ ਥੋੜਾ ਜਿਹਾ। ਬੜੀਆਂ ਸ਼ਹਾਦਤਾਂ, ਹਜ਼ਾਰਾਂ ਸਿਰ ਲੱਗੇ ਆ ਬਾਈ ਜੀ ਇਹ ਕੌਮ ਦੀ ਹੋਂਦ ਨੂੰ ਸਾਂਭਣ ਵਾਸਤੇ, ਇਹਦੀ ਕੌਮੀਅਤ ਨੂੰ ਸਾਂਭਣ ਵਾਸਤੇ ਹਜ਼ਾਰਾਂ ਸਿਰ, ਲੱਖਾਂ ਸਿਰ ਲੱਗੇ ਆ। ਉਹ ਖੂਹ ਖਾਤੇ 'ਚ ਨਹੀਂ ਪੈਣੇ ਚਾਹੀਦੇ। ਇੰਨੀਆਂ ਕੀ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ।